ਸੋਚਿਆ ਨਹੀਂ ਸੀ ਵੈਸੇ ਚੋਰਾਂ ਨੂੰ ਫੜਨ ਦਾ ਇੰਨੇ ਇਨਾਮ ਮਿਲਣਗੇ। ਮੈਨੂੰ ਸਿਰਫ ਇਹ ਸੀਗਾ ਵੀ ਮੈਂ ਹਮੇਸ਼ਾ ਗਲਤ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੀ ਔਰ ਮੇਰੇ ਲਈ ਇਹ ਚੀਜ਼ ਸੀਗੀ ਕਿ ਮੇਰੇ ਮਾਤਾ ਜੀ ਕੋ ਫੋਨ ਖੋ ਕੇ ਲੈ ਗਏ ਆ ਤੇ ਮੈਂ ਤਾਂ ਬੱਚਿਆਂ ਨੂੰ ਸੈਲਫ ਡਿਫੈਂਸ ਸਿਖਾਉਂਦੀ ਆ। ਮੈਂ ਤਾਂ ਕੁੜੀਆਂ ਨੂੰ ਕਹਿੰਦੀ ਹੁੰਦੀ ਕਿ ਮਰਦਾਂ ਦੀ ਖੇਡ ਖੇਡੋ ਤੇ ਮਰਦਾਂ ਵਾਂਗੂ ਸੰਸਾਰ ਦੇ ਵਿੱਚ ਵਿਚਰੋ। ਅਸੀਂ ਮਤਲਬ ਕਿ ਗਲਤੀਆਂ ਚੀਜ਼ਾਂ ਦਾ ਨਾਸ਼ ਕਰਨਾ ਹੈ। ਤੇ ਉਹ ਜਦੋਂ ਚੋਰ ਮੇਰੇ ਘਰ ਹੀ ਆ ਗਏ ਤੇ ਮੈਨੂੰ ਸੀਗਾ ਵੀ ਮੈਂ ਇਹਨਾਂ ਨੂੰ ਛੱਡਣਾ ਨਹੀਂ ਆ। ਤਾਂ ਫਿਰ ਮੈਂ ਪ੍ਰਸ਼ਾਸਨ ਨੂੰ ਵੀ ਸੱਦਿਆ ਤੇ ਪਰ ਜਿਹੜੀਆਂ ਫੁਟੇਜ ਸੀਗੀਆਂ ਘਰ ਦੀਆਂ CCTV ਦੀਆਂ ਉਹ ਵੀ ਆਪਣੇ ਗਤਕਾ ਗਰੁੱਪ ਦੇ ਵਿੱਚ ਵਾਇਰਲ ਕੀਤੀਆਂ ਤੇ ਉਸੇ ਦਾ ਰਿਜ਼ਲਟ ਮਿਲਿਆ ਕਿ ਮੈਨੂੰ ਕੁਝ ਬੱਚਿਆਂ ਨੇ ਦੱਸਿਆ ਕਿ ਦੀਦੀ ਇਹ ਲੜਕੇ ਦੁਬਾਰਾ ਹਜੇ ਸੁਲਤਾਨਪੁਰ 'ਚ ਦੇਖੇ ਗਏ ਆ ਕਿਉਂਕਿ 1:15 ਤੇ ਚੋਰੀ ਦੀ ਵਾਰਦਾਤ ਹੋਈ ਹੈ ਔਰ ਮੈਂ 3:30 ਵਜੇ ਚੋਰਾਂ ਨੂੰ ਫੜ ਲਿਆ ਔਰ ਪਹਿਲਾਂ ਚੰਗੀ ਤਰ੍ਹਾਂ ਉਹਨਾਂ ਦਾ ਸੌਦਾ ਲਾਇਆ ਜੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਫੜਾਇਆ ਤੇ ਮੋਬਾਈਲ ਵੀ ਲਿਆ। ਦਲੇਰੀ ਵੀ ਮਤਲਬ ਕਿ ਹੌਸਲਾ ਵੀ ਮਿਲਿਆ ਪਰ ਖੱਜਲ ਖੁਆਰ ਵੀ ਬੜਾ ਹੋਣਾ ਪਿਆ ਕਿਉਂਕਿ ਜਿਹੜੀਆਂ ਮੈਂ ਪਿੱਛੇ ਜੇ ਵੀ ਕਿਹਾ ਸੀ ਅੰਗਰੇਜ਼ਾਂ ਦੇ ਸਮੇਂ ਦੀਆਂ ਬਣੇ ਹੋਏ ਕਾਨੂੰਨੀ ਇਹ ਜਿਹੜੇ ਹੈਗੇ ਨੇ ਲਾਅ ਆ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ ਥੋੜ੍ਹਾ ਜਿਹਾ ਕਿਉਂਕਿ ਕਈ ਲੋਕ ਨਿੱਕੀਆਂ ਮੋਟੀਆਂ ਚੋਰੀ ਦੀਆਂ ਵਾਰਦਾਤ ਇਸੇ ਕਰਕੇ ਨਹੀਂ ਲਿਖਾਉਣ ਚਾਹੁੰਦੇ ਕਿ ਖੱਜਲ ਖੁਆਰ ਬੜਾ ਹੋਣਾ ਪੈਂਦਾ। ਪਹਿਲਾਂ ਇੱਧਰ ਜਾਓ ਪੇਪਰਸ ਵਰਕ ਲਓ। ਮੇਰਾ ਓਪੋ ਦਾ ਫੋਨ ਸੀ ਜੀ ਜਿਹੜਾ ਪਹਿਲਾ ਮਾਡਲ ਲਾਂਚ ਹੋਇਆ ਸੀ ਉਹ ਮੇਰਾ ਕੋਲ 12-13 ਹਜ਼ਾਰ ਦਾ ਸਿਰਫ ਫੋਨ ਸੀ। ਜੱਜ ਸਾਹਿਬ ਨੇ ਉਹਦਾ 20,000 ਰੁਪਇਆ ਪਾਇਆ ਤੇ ਉਸ ਤੋਂ ਮੈਨੂੰ ਜ਼ਮੀਨ ਦੀ ਜਿਹੜੇ ਮੇਰੇ ਹੀ ਨਾਲ ਦੇ ਸੀਗੇ ਜਿਨ੍ਹਾਂ ਨੂੰ ਮੈਂ ਆਪਣਾ ਕੀ ਕਹਿੰਦੇ ਹੁੰਦੇ ਆ ਕਿ ਦਾਅਵੇਦਾਰੀ 'ਚ ਪੇਸ਼ ਕਰਨਾ ਸੀਗਾ ਉਹ ਮੇਰੇ ਗਵਾਹ ਉਹਨਾਂ ਨੇ ਵਿਚਾਰਿਆਂ ਨੇ ਮੇਰੀ ਜਿਨ੍ਹਾਂ ਨੇ ਜ਼ਮਾਨਤ ਭਰਨੀ ਸੀਗੀ ਫੋਨ ਦੀ ਉਹਨਾਂ ਨੂੰ ਆਪਣੀ ਜ਼ਮੀਨ ਦੀ ਫਰਦ ਲਾਉਣੀ ਪਈ। MC ਨੂੰ ਮਿਲ ਜਾਣਾ ਪਿਆ ਇੱਕ ਗਵਾਹ ਹੋਰ ਲੈਣਾ ਪਿਆ। ਉਹ ਕਿਤੇ ਨਾ ਟੈਨਸ਼ਨ ਵੀ ਵੱਧ ਰਹੀ ਸੀ ਵੀ ਇਹੋ ਜਿਹੇ ਫੋਨ ਨੂੰ ਮੈਂ ਕੀ ਕਰਨਾ ਵੀ ਮੈਨੂੰ ਤਾਂ ਚੋਰ ਉਦੋਂ ਹੀ ਆਫਰ ਕਹਿੰਦੇ ਸੀ ਜੀ ਬਿਲਕੁਲ। ਮੈਨੂੰ ਚੋਰ ਨੇ ਉਸੇ ਟਾਈਮ ਹੀ ਕਿਹਾ ਸੀ ਕਹਿੰਦਾ ਭੈਣ ਮੈਨੂੰ ਮਾਫ ਕਰ ਦੇ ਫੋਨ ਆਪਦਾ ਲੈ ਲਾ ਮੈਨੂੰ ਛੱਡ ਦੇ। ਮੈਂ ਕਿਹਾ ਨਹੀਂ ਮੈਂ ਤੈਨੂੰ ਛੱਡਣਾ ਨਹੀਂ ਕਿਉਂਕਿ ਉਸ ਟਾਈਮ ਤੇ ਸੀਗਾ ਵੀ ਇਹੋ ਜਿਹਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕ੍ਰਾਈਮ ਖਤਮ ਹੋਣੇ ਚਾਹੀਦੇ। ਗੁਰਬਾਣੀ ਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਸੁਖਵੰਤ ਸਿੰਘ ਮੱਖੂ ਵੱਲੋਂ ਸਵਾਗਤ ਹੈ। ਦਰਸ਼ਕੋ ਤੁਸੀਂ ਪਿਛਲੇ ਸਮੇਂ ਦੇ ਅੰਦਰ ਇੱਕ ਵੀਡੀਓ ਦੇਖੀ ਸੀ ਕਿ ਇੱਕ ਭੈਣ ਨੇ ਚੋਰਾਂ ਦਾ ਪਿੱਛਾ ਕੀਤਾ ਤੇ ਉਹਨਾਂ ਚੋਰਾਂ ਨੂੰ ਫੜ ਕੇ ਨਕੇਲ ਪਾਈ ਤੇ ਬਣਦੀ ਸਜ਼ਾ ਉੱਥੇ ਦਿੱਤੀ ਤੇ ਬੜੀ ਉਹਨਾਂ ਦੀ ਸ਼ੋਭਾ ਹੋਈ ਸੀ ਇਸ ਜਗਤ ਅੰਦਰ ਵੀ ਇਹ ਕਿਹੜੀ ਭੈਣ ਹੈ ਵੀ ਜਿਹਨੇ ਬਹਾਦਰੀ ਦਾ ਕੰਮ ਕਰ ਦਿੱਤਾ। ਅੱਜ ਦੀਆਂ ਭੈਣਾਂ ਤਾਂ ਕੀ ਕਰਦੀਆਂ ਜਦੋਂ ਕਿਤੇ ਚੋਰ ਪੈ ਜਾਣ ਤੇ ਡਰ ਕੇ ਤੇ ਅੰਦਰ ਵੜ ਜਾਂਦੀਆਂ ਤੇ ਕੈਸੀ ਬਹਾਦਰ ਭੈਣ ਹੈ ਵੀ ਜਿਹੜੀ ਚੋਰਾਂ ਦੇ ਪਿੱਛੇ ਲੱਗ ਕੇ ਤੇ ਚੋਰਾਂ ਨੂੰ ਗਿੱਚੀਓਂ ਫੜ ਲੈਂਦੀ ਹੈ। ਉਹ ਸਾਡੇ ਨਾਲ ਭੈਣ ਗੁਰਵਿੰਦਰ ਕੌਰ ਜੀ ਸੀਚੇਵਾਲ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਦੁਪੱਟਾ ਤੁਸੀਂ ਬਹੁਤ ਸੋਹਣਾ ਲਿਆ ਤੇ ਗੁਰਮੁਖੀ ਲਿਖੀ 35 ਲਿਖੀ ਹੈ ਜੀ। ਕਾਰਨ ਕੀ ਹੈ ਵੀ 35 ਲਿਖਿਆ ਤੁਸੀਂ ਦੁਪੱਟਾ ਪਾਇਆ ਹੋਇਆ ਕੀ ਚੁਆਇਸ ਸਪੈਸ਼ਲ ਆ? ਨਹੀਂ ਇਹ ਨਾ ਵੈਸੇ ਕਿਉਂਕਿ ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਦੀ ਹੁੰਦੀ ਹਾਂ ਪੰਜਾਬੀ ਵਿੱਚ ਬੋਲੋ ਜੋ ਵੀ ਬੋਲਣਾ। ਮੇਰੇ ਕੋਲ ਕਈ ਕਨਵੈਂਟ ਦੇ ਬੱਚੇ ਵੀ ਆਉਂਦੇ ਆ ਉਹ ਬੜਾ ਤੁਸੀਂ ਵੀ ਦੇਖਿਆ ਉਹਨਾਂ ਸਕੂਲਾਂ 'ਚ ਪ੍ਰਭਾਵ ਇੰਗਲਿਸ਼ ਦਾ ਜ਼ਿਆਦਾ ਤੇ ਹਿੰਦੀ ਦਾ ਆ। ਪੇਰੈਂਟਸ ਨੂੰ ਵੀ ਇਹ ਨਮੋਸ਼ੀ ਹੁੰਦੀ ਕਿ ਸਾਡਾ ਬੱਚਾ ਪੰਜਾਬੀ ਨਾ ਬੋਲੇ ਤੇ ਬੱਚੇ ਵੀ ਨਮੋਸ਼ੀ ਮਹਿਸੂਸ ਕਰਦੇ ਪਰ ਸਾਡੀ ਇਹ ਪੰਜਾਬੀ ਤੇ ਸਾਨੂੰ ਫਖਰ ਹੋਣਾ ਚਾਹੀਦਾ ਹੈ। ਇਹ ਸਭ ਤੋਂ ਉੱਤਮ ਭਾਸ਼ਾ ਆ। ਇਹ ਅਨਪੜ੍ਹ ਲਈ ਵੀ ਉਨੀ ਉੱਤਮ ਆ ਜਿੰਨੀ ਪੜ੍ਹੇ ਲਿਖੇ ਲਈ ਉੱਤਮ ਆ। ਤੇ ਉਹ ਜਦੋਂ ਮੈਂ ਮਾਰਕੀਟ 'ਚ ਮੈਂ ਸੋਚ ਰਹੀ ਸੀ ਕਿ ਕੁਛ ਮੈਂ ਇੱਦਾਂ ਦਾ ਕਢਾਵਾਂ। ਮੈਂ ਟੀ-ਸ਼ਰਟਸ ਵੀ ਕਈ ਵਾਰੀ ਲੈਂਦੀ ਹੁੰਦੀ ਗੁਰਮੁਖੀ ਦੀਆਂ ਤੇ ਉਹ ਮਾਰਕੀਟ 'ਚ ਦੇਖਿਆ ਤੇ ਮੈਨੂੰ ਬੜਾ ਵਧੀਆ ਲੱਗਾ। ਮੈਂ ਕਿਹਾ ਮੇਰੇ ਕੰਮ ਦੀ ਚੀਜ਼ ਹੈ ਤੇ ਮੈਂ ਲੈ ਲਈ ਜੀ। ਬਹੁਤ ਜੱਜ ਰਿਹਾ ਜੀ। ਚਲੋ ਗੁਰੂ ਸਾਹਿਬ ਨਾਲੇ ਤਾਂ ਇਹ ਗੁਰਮੁਖੀ ਦਾ ਪ੍ਰਚਾਰ ਹੋ ਰਿਹਾ ਜੀ। ਬਿਲਕੁਲ ਜੀ ਬਿਲਕੁਲ ਕਿਉਂਕਿ ਹੁਣ ਕਈਆਂ ਬੱਚਿਆਂ ਨੂੰ ਟੈਂਕ ਆਈਆਂ ਦਾ ਨਹੀਂ ਪਤਾ ਲੱਗਦਾ ਹੈਗਾ ਤੇ ਫਿਰ ਕੱਢ ਕੇ ਮੋਹਰੇ ਰੱਖ ਦਿੱਤਾ ਵੀ ਆਹ ਵਾਹ ਵਾਹ ਤੇ ਆਈਆਂ ਵਾ। ਹਾਂ ਬਿਲਕੁਲ। ਭੈਣ ਜੀ ਜਿੱਥੇ ਤੁਸੀਂ ਗੱਤਕੇ ਦੇ ਮਾਹਰ ਹੋ ਕੋਚ ਦਿੰਦੇ ਹੋ ਬੱਚਿਆਂ ਨੂੰ ਸਿਖਾਉਂਦੇ ਹੋ ਦਰਸ਼ਕੋ ਇਹ ਵੀ ਤੁਹਾਨੂੰ ਦੱਸਦੇ ਹਾਂ ਵੀ ਅੱਜ ਪਹਿਲਾ ਅੰਤਰਰਾਸ਼ਟਰੀ ਭਾਈ ਮਰਦਾਨਾ ਜੀ ਕਾਨਫਰੰਸ ਹੋਈ ਹੈ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਪਰ ਤੇ ਸਾਡੇ ਭੈਣ ਜੀ ਹੁਣਾਂ ਨੂੰ ਇੱਕ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਭੈਣ ਜੀ ਗੱਲ ਦੇ ਵਿੱਚ ਮੈਡਲ ਹੈ ਕਿ ਸਾਂਭ ਦਿੱਤਾ ਹੈ? ਮੈਂ ਚਾਹਾਂਗਾ ਵੀ ਕਿਹੜਾ ਮੈਡਲ ਹੈ ਸੰਗਤਾਂ ਨੇ ਦਰਸ਼ਨ ਕਰਨੇ ਆ ਦਿਖਾ ਦਈਏ ਵੀ ਆ ਇਹਨਾਂ ਦੀ ਫਾਊਂਡੇਸ਼ਨ ਦਾ ਮੈਡਲ ਹੈ ਜੀ। ਉਹਨਾਂ ਨੇ ਜਿਹੜੀ ਮੈਂ ਚੋਰਾਂ ਨੂੰ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਆ ਤੇ ਉਸ ਦਲੇਰੀ ਵਜੋਂ ਮੈਨੂੰ ਦਿੱਤਾ ਬਹਾਦਰੀ ਪੁਰਸਕਾਰ ਜੀ। ਬਿਲਕੁਲ ਜੀ ਬਿਲਕੁਲ ਜੀ। ਸੋਚਿਆ ਨਹੀਂ ਸੀ ਵੈਸੇ ਚੋਰਾਂ ਨੂੰ ਫੜਨ ਦਾ ਇੰਨੇ ਇਨਾਮ ਮਿਲਣਗੇ। ਮੈਨੂੰ ਸਿਰਫ ਇਹ ਸੀਗਾ ਵੀ ਮੈਂ ਹਮੇਸ਼ਾ ਗਲਤ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੀ
ਦੀ। ਔਰ ਮੇਰੇ ਲਈ ਇਹ ਚੀਜ਼ ਸੀਗੀ ਕਿ ਮੇਰੇ ਮਾਤਾ ਜੀ ਕੋ ਫੋਨ ਖੋ ਕੇ ਲੈ ਗਏ ਆ ਤੇ ਮੈਂ ਤਾਂ ਬੱਚਿਆਂ ਨੂੰ ਸੈਲਫ ਡਿਫੈਂਸ ਸਿਖਾਉਂਦੀ ਆ। ਮੈਂ ਤਾਂ ਕੁੜੀਆਂ ਨੂੰ ਕਹਿੰਦੀ ਹੁੰਦੀ ਕਿ ਮਰਦਾਂ ਦੀ ਖੇਡ ਖੇਡੋ ਤੇ ਮਰਦਾਂ ਵਾਂਗੂ ਸੰਸਾਰ ਦੇ ਵਿੱਚ ਵਿਚਰੋ। ਅਸੀਂ ਮਤਲਬ ਕਿ ਗਲਤੀਆਂ ਚੀਜ਼ਾਂ ਦਾ ਨਾਸ਼ ਕਰਨਾ ਹੈ। ਤੇ ਉਹ ਜਦੋਂ ਚੋਰ ਮੇਰੇ ਘਰ ਹੀ ਆ ਗਏ ਤੇ ਮੈਨੂੰ ਸੀਗਾ ਵੀ ਮੈਂ ਇਹਨਾਂ ਨੂੰ ਛੱਡਣਾ ਨਹੀਂ ਆ। ਤਾਂ ਫਿਰ ਮੈਂ ਪ੍ਰਸ਼ਾਸਨ ਨੂੰ ਵੀ ਸੱਦਿਆ ਤੇ ਪਰ ਜਿਹੜੀਆਂ ਫੁਟੇਜ ਸੀਗੀਆਂ ਘਰ ਦੀਆਂ CCTV ਦੀਆਂ ਉਹ ਵੀ ਆਪਣੇ ਗੱਤਕਾ ਗਰੁੱਪ ਦੇ ਵਿੱਚ ਵਾਇਰਲ ਕੀਤੀਆਂ ਤੇ ਉਸੇ ਦਾ ਰਿਜ਼ਲਟ ਮਿਲਿਆ ਕਿ ਮੈਨੂੰ ਕੁਝ ਬੱਚਿਆਂ ਨੇ ਦੱਸਿਆ ਕਿ ਦੀਦੀ ਇਹ ਲੜਕੇ ਦੁਬਾਰਾ ਹਜੇ ਸੁਲਤਾਨਪੁਰ 'ਚ ਦੇਖੇ ਗਏ ਆ ਕਿਉਂਕਿ 1:15 ਤੇ ਚੋਰੀ ਦੀ ਵਾਰਦਾਤ ਹੋਈ ਆ ਔਰ ਮੈਂ 3:30 ਵਜੇ ਚੋਰਾਂ ਨੂੰ ਫੜ ਲਿਆ ਔਰ ਪਹਿਲਾਂ ਚੰਗੀ ਤਰ੍ਹਾਂ ਉਹਨਾਂ ਦਾ ਸੌਦਾ ਲਾਇਆ ਜੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਫੜਾਇਆ ਤੇ ਮੋਬਾਈਲ ਵੀ ਲਿਆ। ਦਲੇਰੀ ਵੀ ਮਤਲਬ ਕਿ ਹੌਸਲਾ ਵੀ ਮਿਲਿਆ ਪਰ ਖੱਜਲ ਖੁਆਰ ਵੀ ਬੜਾ ਹੋਣਾ ਪਿਆ ਸਾਰਾ ਕੁਝ ਹੀ ਹੁੰਦਾ ਕਿਉਂਕਿ ਜਿਹੜੀਆਂ ਮੈਂ ਪਿੱਛੇ ਜੇ ਵੀ ਕਿਹਾ ਸੀ ਅੰਗਰੇਜ਼ਾਂ ਦੇ ਸਮੇਂ ਦੀਆਂ ਬਣੇ ਹੋਏ ਕਾਨੂੰਨੀ ਇਹ ਜਿਹੜੇ ਹੈਗੇ ਨੇ ਲਾਅ ਆ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ ਥੋੜਾ ਜਿਹਾ ਕਿਉਂਕਿ ਕਈ ਲੋਕ ਨਿੱਕੀਆਂ ਮੋਟੀਆਂ ਚੋਰੀ ਦੀਆਂ ਵਾਰਦਾਤ ਇਸੇ ਕਰਕੇ ਨਹੀਂ ਲਿਖਾਉਣ ਚਾਹੁੰਦੇ ਕਿ ਖੱਜਲ ਖੁਆਰ ਬੜਾ ਹੋਣਾ ਪੈਂਦਾ। ਪਹਿਲਾਂ ਇੱਧਰ ਜਾਓ ਪੇਪਰਸ ਵਰਕ ਲਓ। ਮੇਰਾ ਓਪੋ ਦਾ ਫੋਨ ਸੀ ਜੀ ਜਿਹੜਾ ਪਹਿਲਾ ਮਾਡਲ ਲਾਂਚ ਹੋਇਆ ਸੀ ਉਹ ਮੇਰਾ ਖਿਆਲ 12-13 ਹਜ਼ਾਰ ਦਾ ਸਿਰਫ ਫੋਨ ਸੀ। ਜੱਜ ਸਾਹਿਬ ਨੇ ਉਹਦਾ 20,000 ਰੁਪਇਆ ਪਾਇਆ ਤੇ ਉਸ ਤੋਂ ਮੈਨੂੰ ਜ਼ਮੀਨ ਦੀ ਜਿਹੜੇ ਮੇਰੇ ਹੀ ਨਾਲ ਦੇ ਸੀਗੇ ਜਿਨ੍ਹਾਂ ਨੂੰ ਮੈਂ ਆਪਣਾ ਕੀ ਕਹਿੰਦੇ ਹੁੰਦੇ ਆ ਕਿ ਦਾਅਵੇਦਾਰੀ 'ਚ ਪੇਸ਼ ਕਰਨਾ ਸੀਗਾ ਉਹ ਮੇਰੇ ਗਵਾਹ ਉਹਨਾਂ ਨੇ ਵਿਚਾਰਿਆਂ ਨੇ ਮੇਰੀ ਜਿਨ੍ਹਾਂ ਨੇ ਜ਼ਮਾਨਤ ਭਰਨੀ ਸੀਗੀ ਫੋਨ ਦੀ ਉਹਨਾਂ ਨੂੰ ਆਪਣੀ ਜ਼ਮੀਨ ਦੀ ਫਰਦ ਲਾਉਣੀ ਪਈ। MC ਨੂੰ ਮਿਲ ਜਾਣਾ ਪਿਆ ਇੱਕ ਗਵਾਹ ਹੋਰ ਲੈਣਾ ਪਿਆ। ਉਹ ਕਿਤੇ ਨਾ ਟੈਨਸ਼ਨ ਵੀ ਵੱਧ ਰਹੀ ਸੀ ਵੀ ਇਹੋ ਜਿਹੇ ਫੋਨ ਨੂੰ ਮੈਂ ਕੀ ਕਰਨਾ ਵੀ ਮੈਨੂੰ ਤਾਂ ਚੋਰ ਉਦੋਂ ਹੀ ਆਫਰ ਕਹਿੰਦੇ ਸੀ ਜੀ ਬਿਲਕੁਲ ਮੈਨੂੰ ਚੋਰ ਨੇ ਉਸੇ ਟਾਈਮ ਹੀ ਕਿਹਾ ਸੀ ਕਹਿੰਦਾ ਭੈਣ ਮੈਨੂੰ ਮਾਫ ਕਰ ਦੇ ਫੋਨ ਆਪਦਾ ਲੈ ਲਾ ਮੈਨੂੰ ਛੱਡ ਦੇ। ਮੈਂ ਕਿਹਾ ਨਹੀਂ ਮੈਂ ਤੈਨੂੰ ਛੱਡਣਾ ਨਹੀਂ ਕਿਉਂਕਿ ਉਸ ਟਾਈਮ ਤੇ ਸੀਗਾ ਵੀ ਇਹੋ ਜਿਹਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕ੍ਰਾਈਮ ਖਤਮ ਹੋਣੇ ਚਾਹੀਦੇ। ਕਾਨੂੰਨ ਜ਼ਰੂਰੀ ਹੈ ਦੁਨੀਆ ਦੇ ਵਿੱਚ ਕਿਉਂਕਿ ਬਿਨਾਂ ਕਾਨੂੰਨ ਤੋਂ ਲੋਕਾਂ ਦੇ ਵਿੱਚ ਹਾਹਾਕਾਰ ਮਚ ਜਾਏਗੀ ਪਰ ਕਾਨੂੰਨ ਉਹਨਾਂ ਲੋਕਾਂ ਲਈ ਸਖਤ ਬਣਨੇ ਚਾਹੀਦੇ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਜਿਹੜੇ ਮਦਦ ਕਰ ਲਏ ਕਮ ਸੇ ਕਮ। ਹੁਣ ਵੀਡੀਓ ਵਾਇਰਲ ਹੋ ਗਈਆਂ ਆਪ ਜੀ ਨੂੰ ਵੀ ਪਤਾ ਬੜਾ ਸੋਸ਼ਲ ਮੀਡੀਆ ਤੇ ਹੋਇਆ ਜੱਜ ਸਾਹਿਬ ਤੱਕ ਵੀ ਪਹੁੰਚੀ ਹੈ ਉਹਨਾਂ ਨੂੰ ਪਤਾ ਵੀ ਲੱਗ ਗਿਆ ਮੇਰਾ ਫੋਨ ਆ ਸਾਰਾ ਕੁਝ ਤੇ ਪਰ ਫਿਰ ਵੀ ਮੈਨੂੰ 20 ਦਿਨ ਲੱਗ ਗਏ ਜੀ ਫੋਨ ਲੈਂਦਿਆਂ ਨੂੰ। ਬਿਲਕੁਲ ਭੈਣ ਜੀ ਸਵਾਲ ਇਹ ਹੈ ਵੀ ਅੱਜ ਦੀਆਂ ਭੈਣਾਂ ਅੱਜ ਦੀਆਂ ਲੜਕੀਆਂ ਜੇ ਗੱਲ ਕਰੀਏ ਟਿਕਟੋਕ ਦੀ ਜਾਂ ਇੰਸਟਾਗ੍ਰਾਮ ਦੀ ਫੇਸਬੁੱਕ 'ਤੇ ਬਹੁਤ ਕੁਝ ਫੇਮਸ ਹੋਣ ਵਾਸਤੇ ਕਹਿ ਲਓ ਵੀ ਵੀਡੀਓਜ਼ ਪਾਉਂਦੀਆਂ ਅਪਲੋਡ ਕਰਦੀਆਂ ਨੇ ਪਰ ਫੇਮਸ ਹੋਣ ਵਾਸਤੇ ਜਿਵੇਂ ਤੁਹਾਨੂੰ ਮਾਲਕ ਨੇ ਕਲਾ ਦਿੱਤੀ ਗੱਤਕੇ ਦੀ ਦੇ ਦਿੱਤੀ ਤੁਹਾਡਾ ਨਾਮ ਵੀ ਦੁਨੀਆ ਦੇ ਵਿੱਚ ਹੈ ਨਾ ਵੀ ਸਭ ਤੋਂ ਵਧੀਆ ਸੀਚੇਵਾਲ ਦੇ ਭੈਣ ਨੇ ਜਿਹੜਾ ਗੱਤਕੇ ਦੇ ਵਿੱਚ ਖੇਡਦੇ ਨੇ ਤੁਹਾਡੀਆਂ ਵੀਡੀਓ ਨੂੰ ਸੁਣਦੇ ਆ ਦੇਖਦੇ ਆ ਵੀ ਫੇਮਸ ਹੋਣ ਵਾਸਤੇ ਹੋਰ ਵੀ ਸਾਡੇ ਪੰਜਾਬੀ ਸੱਭਿਅਕ ਜਿਹੜੇ ਤਰੀਕੇ ਆ ਹੈਗੇ ਆ ਪਰ ਆ ਜਿਹੜੇ ਲੱਚਰ ਪੁਣੇ ਵਾਲੇ ਗੰਦਗੀ ਵਾਲੇ ਗਾਣੇ ਆ ਜਿਹੜੇ ਅਸੀਂ ਸੁਣ ਨਹੀਂ ਸਕਦੇ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਨਹੀਂ ਸਕਦੇ ਉਹਨਾਂ ਦੇ ਉੱਪਰ ਐਵੇਂ ਦਾ ਕੁਝ ਪਰੋਸ ਕੇ ਦਿੱਤਾ ਜਾ ਰਿਹਾ ਵੀ ਉਹਨਾਂ ਭੈਣਾਂ ਨੂੰ ਕੁਝ ਨਾ ਕੋਈ ਤੁਹਾਡੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਬਿਲਕੁਲ ਜੀ ਜਿੱਦਾਂ ਆਪਣੀ ਪੰਜਾਬੀ ਦੀ ਕਹਾਵਤ ਆ ਜਿੱਦਾਂ ਦਾ ਅੰਨ ਉੱਦਾਂ ਦਾ ਮਨ ਹੈ ਨਾ ਜੀ ਕਿਉਂਕਿ ਸਾਡੇ ਹੁਣ ਸੋਸ਼ਲ ਮੀਡੀਆ ਨੇ ਚਲੋ ਕਿਤੇ ਨਾ ਕਿਤੇ ਸਾਡੀ ਵਧੀਆ ਚੀਜ਼ਾਂ ਵੀ ਸਾਨੂੰ ਸਿਖਾਈਆਂ ਪਰ ਜਿਹੜਾ ਹੁਣ ਦਾ ਯੂਥ ਆ ਉਹ ਗਲਤ ਤਰੀਕੇ ਵੱਲ ਨੂੰ ਤੁਰ ਰਿਹਾ ਗਲਤ ਰਾਹਾਂ ਵੱਲ ਨੂੰ ਜਾ ਰਿਹਾ। ਕੁਝ ਸਾਡੇ ਜਿਹੜੇ ਨੌਜਵਾਨ ਮੁੰਡੇ ਆ ਕੁੜੀਆਂ ਉਹ ਗਾਣੇ ਵੀ ਉਸ ਤਰ੍ਹਾਂ ਦੇ ਸੁਣ ਰਹੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਹੀਰੋਇਨ ਬਣ ਜਾਈਏ ਵੀ ਅਸੀਂ ਫੇਮਸ ਹੋ ਜਾਈਏ ਕੁਝ ਲੋਕਾਂ ਦੇ ਵਿਊਜ਼ ਲੈਣ ਲਈ ਮਿਲੀਅਨ ਬਿਲੀਅਨ ਦੇ ਵਿੱਚ ਉਹ ਇਹੋ ਜਿਹੇ ਗਲਤ ਕੰਮਾਂ ਵੱਲ ਚੱਲ ਪੈਂਦੇ ਨੇ ਜਿਹਦੇ ਨੂੰ ਲੋਕੀ ਕਈ ਪਸੰਦ ਵੀ ਕਰਦੇ ਕਈ ਨਹੀਂ ਪਸੰਦ ਕਰਦੇ ਪਰ ਇਹ ਬਹੁਤ ਹੀ ਗਲਤ ਕੰਮ ਹੈ ਕਿਉਂਕਿ ਜੇਕਰ ਤੁਸੀਂ ਫੇਮਸ ਹੋਣਾ ਚੰਗੇ ਦੁਨੀਆ 'ਚ ਬੜੇ ਕੰਮ ਕਰਨ ਵਾਲੇ ਪਏ ਨੇ ਬਹੁਤ ਇਹੋ ਜਿਹੇ ਮੁੱਦੇ ਆ ਜਿਨ੍ਹਾਂ ਨੂੰ ਇਹ ਛੇੜਦੇ ਹੀ ਨਹੀਂ ਪਏ। ਹੁਣ ਇਲੈਕਸ਼ਨ ਚੱਲ ਰਹੇ ਨੇ ਵਾਤਾਵਰਨ ਸਾਨੂੰ ਬੜਾ ਜ਼ਰੂਰੀ ਹੈ ਕਿਉਂਕਿ ਦੇਖੋ ਆ ਕਰੋਨਾ ਕਾਲ ਦੇ ਵਿੱਚ ਹੀ ਸਾਨੂੰ ਪਤਾ ਲੱਗ ਗਿਆ ਕਿ ਆਕਸੀਜਨ ਕਿੰਨੀ ਜ਼ਰੂਰੀ ਹੈ ਹੋਰ ਵੀ ਕੰਮ ਕਰ ਸਕਦੇ ਨੇ ਚੰਗੀ ਸਿਹਤ ਵੱਲ ਵੀ ਲਾ ਸਕਦੇ ਨੇ ਜ਼ਰੂਰੀ ਨਹੀਂ ਹੈ ਕਿ ਆਪਣਾ ਨੰਗੇਜ਼ ਦਿਖਾਉਣਾ ਜਾਂ ਇਹੋ ਜਿਹੇ ਕੰਮ ਕਰਨੇ ਕਿ ਅਸੀਂ ਟਿਕਟੋਕ ਦੇ ਉੱਤੇ ਫੇਮਸ ਹੋ ਜਾਈਏ। ਚੰਗੇ ਕੰਮ ਜੇ ਕਰੋਗੇ ਤੁਹਾਨੂੰ ਫੇਮਸ ਹੋਣ ਲਈ ਆਪ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਪੈਣੀ ਲੋਕ ਤੁਹਾਨੂੰ ਆਪੇ ਹੀ ਫੇਮਸ ਕਰ ਦੇਣਗੇ। ਚੰਗਾ ਕੰਮ ਕਰਨਾ ਚਾਹੀਦਾ ਕਲਾ ਨੇ ਫੇਮਸ ਹੋ ਜਾਣਾ ਹਾਂ ਬਿਲਕੁਲ ਜੀ ਕਿਉਂਕਿ ਹੁਨਰ ਦੀ ਦੁਨੀਆ ਦੇ ਵਿੱਚ ਹੁਨਰ ਮੰਨਿਆ ਜਾਂਦਾ ਤੁਹਾਡਾ ਨਾ ਕਿ ਤੁਹਾਨੂੰ ਇਹ ਦੇਖਿਆ ਜਾਂਦਾ ਕਾਲਾ ਰੰਗ ਹੈ ਕਿ ਗੋਰਾ ਰੰਗ ਹੈ ਇਹ ਡਾਂਸ ਵਧੀਆ ਕਰਦੀ ਕਿ ਕੀ ਹੈ ਕਿਉਂਕਿ ਰੰਗ ਤਾਂ ਪਰਮਾਤਮਾ ਨੇ ਦਿੱਤੇ ਆ ਪਰ ਤੁਹਾਡੇ 'ਚ ਗੁਣ ਹੋਣਾ ਚਾਹੀਦਾ ਆ। ਜੇ ਉਹ ਗੁਣ ਹੈਗਾ ਵੀ ਤੁਸੀਂ ਦੁਨੀਆ ਦੇ ਵਿੱਚ ਚੰਗਾ ਪ੍ਰਚਾਰ ਕਰਦੇ ਹੋ ਉਹ ਗੁਣ ਹੀ ਤੁਹਾਨੂੰ ਫੇਮਸ ਕਰ ਦੇਣਗੇ। ਬਿਲਕੁਲ ਅੱਜ ਅਸੀਂ ਅੱਖੀ ਦੇਖ ਲਿਆ ਭੈਣ ਜੀ ਬਾਪੂ ਫੌਜਾ ਸਿੰਘ ਜੀ 110 ਸਾਲ ਦੀ ਉਮਰ ਹੈ ਤੇ ਹਰ ਇੱਕ ਬੱਚਾ ਜਾਂ ਵੀਰ ਕਹਿ ਲਓ ਭੈਣ ਕਹਿ ਲਓ ਉਤਾਵਲ ਹੈ ਵੀ ਬਾਪੂ ਫੌਜਾ ਸਿੰਘ ਦੇ ਨਾਲ ਮੈਂ ਵੀ ਜਿਹੜੀ ਤਸਵੀਰ ਹੈ ਉਹ ਖਿਚਾਉਣੀ ਹੈ ਮੈਂ ਵੀ ਇਹਨਾਂ ਦੇ ਨਾਲ ਆਪਣੀ ਤਸਵੀਰ। ਗੱਲ ਕੀ ਹੈ ਵੀ ਉਹਨਾਂ ਨੇ ਆਪਣੇ ਸਰੀਰ ਦੀ ਫਿਟਨੈਸ ਪੂਰੀ ਰੱਖੀ ਹੈ ਵੀ ਆਪਣੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਜ਼ਿੰਦਗੀ ਨੂੰ ਜਿਉਇਆ। ਤੁਹਾਡੇ ਕੋਲ ਕਿੰਨੀਆਂ ਕੁ ਭੈਣਾਂ ਕਿੰਨੀਆਂ ਬੱਚੀਆਂ ਨੇ ਜਿਹੜੀਆਂ ਅੱਜ ਤੁਹਾਡੇ ਕੋਲ ਗੱਤਕੇ ਦੀ ਸਿੱਖਿਆ
ਲੈ ਰਹੀਆਂ ਜਾਂ ਕੋਈ ਦਿੱਕਤ ਵੀ ਆਉਂਦੀ ਹੈ ਵੀ ਲੜਕੀਆਂ ਨੂੰ ਤੁਹਾਨੂੰ ਇਕੱਤਰਤਾ ਕਰਨ ਵਾਸਤੇ? ਬਿਲਕੁਲ ਜੀ, ਮੇਰੇ ਕੋਲ ਨਾ 2 ਪੂਰੇ ਪੰਜਾਬ ਦੀਆਂ ਤੇ ਇੰਡੀਆ ਲੈਵਲ ਦੀ ਅਕੈਡਮੀ ਹੈਗੀ ਆ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਹੁਣਾਂ ਦੀ, ਇੱਕ ਓਂਕਾਰ ਚੈਰੀਟੇਬਲ ਟਰਸਟ ਨੈਸ਼ਨਲ ਦੀ ਅਕੈਡਮੀ ਹੈ ਸਾਡੀ, ਤੇ ਮੀਰੀ ਪੀਰੀ ਗੱਤਕਾ ਅਖਾੜਾ ਜਿਹੜੀ ਅਕੈਡਮੀ ਆ ਉਹ ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਦੀ ਹੈ, ਜਿਹਦੇ 'ਚ ਬੜੀਆਂ ਲੜਕੀਆਂ ਤੇ ਲੜਕੇ ਆਉਂਦੇ ਨੇ। ਲੜਕੀਆਂ ਦਾ ਤੁਸੀਂ ਕੁਐਸਚਨ ਕੀਤਾ, ਜਦੋਂ ਮੈਂ ਪਹਿਲਾਂ ਸਿਖਾਉਣਾ ਸ਼ੁਰੂ ਕੀਤਾ ਨਾ, ਈਵਨ ਕਿ ਹੁਣ ਵੀ ਕਈ ਵਾਰੀ ਹੋ ਜਾਂਦਾ ਹੈ ਕਿ ਪੇਰੈਂਟਸ ਜਦੋਂ ਮੇਰੇ ਕੋਲ ਬੱਚੇ ਲੈ ਕੇ ਆਉਂਦੇ ਨਾ, ਖਾਸ ਕਰਕੇ ਸੈਫਲਾਬਾਦ ਦੀ ਗੱਲ ਹੈ, ਉਹ 5 ਭੈਣਾਂ ਸੀ ਲੜਕੀਆਂ ਤੇ ਇੱਕ ਭਰਾ ਸੀ, ਉਹਦੇ ਪੇਰੈਂਟਸ ਭਰਾ ਨੂੰ ਸਿਖਾਉਣ ਲਈ ਲੈ ਕੇ ਆਏ ਮੇਰੇ ਕੋਲ, ਕਹਿੰਦੇ ਵੀ ਅਸੀਂ ਬੱਚੇ ਨੂੰ ਗੱਤਕਾ ਸਿਖਾਉਣਾ। ਪਰ ਮੈਂ ਉਹ ਲੜਕੀ ਦੇ ਅੱਖਾਂ ਵਿੱਚ ਦੇਖ ਰਹੀ ਸੀ ਕਿ ਉਹਦਾ ਵੀ ਦਿਲ ਕਰ ਰਿਹਾ ਕਿ ਮੈਂ ਸਿੱਖਾਂ, ਇੱਦਾਂ ਹੀ ਮੇਰੇ ਲਾਗੇ ਖੜੇ ਸੀ, ਤੇ ਮੈਂ ਕਿਹਾ ਮਾਤਾ ਜੀ ਤੁਸੀਂ ਇਹ ਲੜਕੀ ਨੂੰ ਵੀ ਸਿੱਖਣ ਲਈ ਭੇਜੂਗੇ? ਕਹਿੰਦੇ ਇਹਨੇ ਸਿੱਖ ਕੇ ਕੀ ਕਰਨਾ? ਮੈਂ ਕਿਹਾ ਜੀ ਜੇ ਮੈਂ ਸਿੱਖੀ ਆ ਤਾਂ ਤੁਸੀਂ ਮੇਰੇ ਕੋਲ ਆਏ ਆ, ਉਹ ਕਿਉਂ ਨਹੀਂ ਸਿੱਖ ਸਕਦੀ? ਤੁਸੀਂ ਉਹਨੂੰ ਪੁੱਛੋ ਤੁਸੀਂ ਉਹਦੇ ਦਿਲ ਦੀ ਇੱਛਾ ਕੀ। ਮੈਨੂੰ ਕਿਹਾ ਬੇਟਾ ਤੁਸੀਂ ਸਿੱਖਣਾ? ਕਹਿੰਦੀ ਹਾਂਜੀ ਦੀਦੀ। ਤੇ ਮੈਂ ਕਿਹਾ ਤੁਸੀਂ ਜੇ ਤਾਂ ਇਹਨੂੰ ਸਿੱਖਣ ਲਈ ਨਾਲ ਭੇਜੂਗੇ ਲੜਕੀ ਨੂੰ, ਤੁਹਾਡੇ ਲੜਕੇ ਨੂੰ ਮੈਂ ਤਾਂ ਸਿਖਾਉਣਾ, ਨਹੀਂ ਤਾਂ ਫਿਰ ਲੜਕਾ ਵੀ ਵਾਪਸ ਲੈ ਜਾਓ। ਪੇਰੈਂਟਸ ਨੇ ਥੋੜ੍ਹਾ ਜਿਹਾ ਮਲਕੀ ਇਤਰਾਜ਼ਾ ਵੀ ਕੀਤਾ, ਪਰ ਫਿਰ ਮੰਨ ਵੀ ਗਏ ਬਾਬਾ ਜੀ ਦੇ ਕਹਿਣ ਦੇ ਉੱਤੇ। ਤੇ ਉਸ ਲੜਕੀ ਦੀ ਬਦੌਲਤ ਅੱਜ ਉਹਦੇ ਪੇਰੈਂਟਸ ਦੀ ਵੀ ਪਛਾਣ ਹੁੰਦੀ ਹੈ, ਔਰ ਲਾਗੇ ਛਾਗੇ ਦੇ ਪਿੰਡ ਜਾਣਦੇ ਨੇ ਕਿ ਅਕਵਿੰਦਰ ਕੌਰ ਲੜਕੀ ਹੈਗੀ ਹੈ ਜੀ ਗੱਤਕੇ 'ਚ ਮਾਹਰ। ਉਹ ਇੱਕ ਬੜਾ ਵਧੀਆ ਲੋਕਾਂ 'ਚ ਮੈਸੇਜ ਗਿਆ ਉਹਨਾਂ ਦੇ ਪਿੰਡ ਵਿੱਚ, ਬੜਾ ਇਦਾਂ ਦਾ ਪਛੜਿਆ ਥੋੜਾ ਪਿੰਡ ਸੀਗਾ ਲਾਗੇ ਦਾ, ਤੇ ਉੱਥੋਂ ਦੀਆਂ ਪਿੰਡ ਦੀਆਂ ਫਿਰ ਲੜਕੀਆਂ ਉਹਦੇ ਵੱਲ ਵੇਖ ਕੇ ਹੋਰ ਵੀ ਬਹੁਤ ਆਈਆਂ, ਬਹੁਤ ਜ਼ਿਆਦਾ ਲੜਕੀਆਂ ਆਈਆਂ। ਬਿਲਕੁਲ ਜੀ, ਬਿਲਕੁਲ ਜੀ, ਕਿਉਂਕਿ ਨਾ ਪੇਰੈਂਟਸ ਚਾਹੁੰਦੇ ਆ, ਥੋੜਾ ਡਰ ਵੀ ਹੁੰਦਾ ਚਲੋ ਮਾਹੌਲ ਨੂੰ ਦੇਖ ਕੇ, ਪਰ ਅਸੀਂ ਉਹਨਾਂ ਨੂੰ ਦਿਲਾਸਾ ਦੇਈ ਕਿ ਜੇਕਰ ਤੁਸੀਂ ਇਹ ਸ਼ਸਤਰ ਵਿੱਦਿਆ ਨਹੀਂ ਸਿਖਾਓਗੇ ਨਾ ਬੱਚੇ ਨੂੰ, ਆਉਣ ਵਾਲਾ ਸਮਾਂ ਹੋਰ ਭਿਆਨਕ ਹੈ। ਇਹਨਾਂ ਬੱਚਿਆਂ ਨੂੰ ਆਪਣੀ ਹਿਫਾਜ਼ਤ ਆਪ ਕਰਨੀ ਪੈਣੀ ਹੈ, ਕਿਉਂਕਿ ਸਾਡੇ ਤਾਂ ਇਤਿਹਾਸ ਵਿੱਚ ਸਾਡੇ ਗੁਰੂ ਮਹਾਰਾਜ ਨੇ ਜੇ ਔਰਤ ਨੂੰ ਉਨਾ ਦਰਜਾ ਦਿੱਤਾ ਤੇ ਮਰਦ ਨੂੰ ਵੀ ਉਨਾ ਹੀ ਦਿੱਤਾ। ਜੇ ਮਰਦ ਨੂੰ ਘੋੜਸਵਾਰ ਬਣਾ, ਔਰਤ ਨੂੰ ਵੀ ਬਣਾਇਆ। ਜੇ ਮਰਦ ਨੂੰ ਸ੍ਰੀ ਸਾਹਿਬ, ਬਿਲਕੁਲ ਜੀ, ਬਿਲਕੁਲ ਜੀ, ਤੇ ਉਹਨਾਂ ਨੂੰ ਵੀ ਇਤਿਹਾਸ ਤੋਂ ਜਾਣੂ ਕਰਾਈਦਾ। ਮੈਂ ਕਿਹਾ ਤੁਸੀਂ ਉਹਨਾਂ ਨੂੰ ਇਹ ਨਾ ਸੋਚੋ ਮਰਦਾਵੀ ਖੇਡ ਆ। ਮੇਰੇ ਤੇ ਵੀ ਖੁਦ ਹੋਇਆ ਇਸ ਤਰ੍ਹਾਂ, ਜਦੋਂ ਮੈਂ ਪਹਿਲੀ ਵਾਰੀ ਸਿੱਖਣਾ ਸ਼ੁਰੂ ਕੀਤਾ, ਦਾਦਾ ਜੀ ਨੂੰ ਕਿਹਾ ਕਿ ਮੈਂ ਵੀ ਸਿੱਖਣਾ, ਤੇ ਉਹਨਾਂ ਨੇ ਉਦੋਂ ਮਤਲਬ ਕਿ ਕਹਿਤਾ ਕਿ ਨਹੀਂ ਇਹ ਮੁੰਡਿਆਂ ਦੀ ਖੇਡ ਹੈ। ਤੇ ਸੁਲਤਾਨਪੁਰ ਲੋਧੀ ਦੇ ਵਿੱਚ ਮੀਰੀ ਪੀਰੀ ਅਖਾੜਾ ਸੀ ਮੇਰੇ ਦਾਦਾ ਜੀ ਦਾ, ਉਹ 'ਚ ਸਾਰੇ ਲੜਕੇ ਸੀ, ਲੜਕੀ ਕੋਈ ਨਹੀਂ ਸੀ। ਮੈਂ ਗੁੱਸੇ ਹੋ ਕੇ ਘਰ ਆ ਗਈ, ਉਹ ਗੁੱਸਾ ਵੀ ਸੀ। ਫਿਰ ਤੀਜੇ ਦਿਨ ਆਏ, ਕਹਿੰਦੇ ਤੂੰ ਇੱਦਾਂ ਕਰ ਬੇਟਾ, ਤੂੰ ਲੜਕੀਆਂ ਇਕੱਠੀਆਂ ਕਰ ਵੀ ਤੇਰੇ ਨਾਲ ਖੇਡਣ ਵਾਲੀਆਂ। ਮੈਂ ਫਿਰ ਜਵਾਬ ਦਿੱਤਾ, ਮੈਂ ਕਿਹਾ ਜੀ ਜੇ ਲੜਕੀਆਂ ਨਾ ਆਉਣਗੀਆਂ ਤਾਂ ਮਤਲਬ ਤੁਸੀਂ ਮੈਨੂੰ ਵਾਂਝੇ ਰੱਖੋਗੇ ਇਸ ਖੇਡ ਤੋਂ, ਵੀ ਪਿਤਾਪੁਰ ਕੀ ਖੇਡ ਹੈ, ਵੀ ਤੁਸੀਂ ਮੈਨੂੰ ਕਿਉਂ ਵਾਂਝੇ ਰੱਖਦੇ ਹੋ? ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੀਜੇ ਚੌਥੇ ਦਿਨ ਕਹਿੰਦੇ ਆ ਜਾਇਆ ਕਰ। ਫਿਰ ਮੈਂ ਮੁੰਡਿਆਂ ਨਾਲ ਖੇਡਣਾ ਸ਼ੁਰੂ ਕੀਤਾ, ਔਰ ਮੇਰਾ ਵੇਖੀ ਦੇਖਦਿਆਂ ਹੀ 15 ਕੁ ਦਿਨ ਹੋਏ ਕਿ ਲੜਕੀਆਂ ਸੁਲਤਾਨਪੁਰ 'ਚ ਆਉਣੀਆਂ ਸ਼ੁਰੂ ਹੋ ਗਈਆਂ। ਹਾਂਜੀ, ਅਸੀਂ ਪਹਿਲਾ ਨਗਰ ਕੀਰਤਨ 10ਵੇਂ ਪਾਤਸ਼ਾਹ ਦਾ ਸੁਲਤਾਨਪੁਰ ਲੋਧੀ 'ਚ ਖੇਡੇ, ਤੇ ਲੋਕਾਂ ਨੇ ਬੜਾ ਸਲਾਹਿਆ ਵੀ, ਤੇ ਸਗੋਂ ਜਿਹੜੇ ਬਜ਼ੁਰਗ ਲੋਕ ਸੀ ਉਹਨਾਂ ਨੇ ਤਾਰੀਫ ਕੀਤੀ ਕਿ ਕੁੜੀਆਂ ਵੀ ਆਈਆਂ ਇਸ ਖੇਡ 'ਚ। ਪਰ ਜਿਹੜੇ ਯੰਗ ਯੂਥ ਸੀ ਉਹ ਉਲਟ ਬੰਨੇ ਹੋ ਗਏ, ਲੈ ਹੁਣ ਕੁੜੀਆਂ ਵੀ ਇਹ ਖੇਡਣਗੀਆਂ। ਟੀਚਰ ਕਰਦੇ ਸੀ ਕਿ ਉਹਨਾਂ ਸਮਿਆਂ 'ਚ, ਕਿ ਹੁਣ ਮੇਰੀ ਉਮਰ 40 ਸਾਲ ਦੀ ਹੋ ਗਈ ਹੈ, ਪਰ ਮੈਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੀ ਸੀ। ਕੁੜੀਆਂ ਦੂਸਰੀਆਂ ਜਿਹੜੀਆਂ ਸੀ ਇਹਨਾਂ ਚੀਜ਼ਾਂ ਨੂੰ ਸੋਚ ਕੇ ਉਹਨਾਂ ਦੇ ਅਸਰ ਹੋਇਆ, ਉਹ ਹਟ ਗਈਆਂ ਵੀ ਨਹੀਂ ਸਾਨੂੰ ਟੌਰਚਰ ਕਰਦੇ, ਇੱਕ ਹਿਸਾਬ ਦਾ ਮੁੰਡੇ ਆਉਂਦੇ ਜਾਂਦੇ ਛੇੜਦੇ ਆ ਵੀ ਇਹ ਨਿਹੰਗਣੀ ਹੈ, ਇਹ ਹੈ। ਮੈਂ ਨਹੀਂ ਹਟੀ। ਅੱਜ ਉਹੀ ਲੜਕਿਆਂ ਦੇ ਘਰ ਦੇ ਮੇਰੇ ਘਰੇ ਆ ਕੇ ਮੇਰੇ ਮਾਤਾ ਜੀ ਨੂੰ ਕਹਿਣਗੇ ਵੀ ਸਾਡੀ ਵੀ ਬੇਟੀ ਕਾਸ਼ ਤੁਹਾਡੇ ਵਰਗੀ ਹੁੰਦੀ, ਸਾਡੇ ਵੀ ਬੱਚੇ ਤੁਹਾਡੇ ਬੱਚੀ ਵਰਗੇ ਹੁੰਦੇ। ਤਾਂ ਮੈਂ ਕਿਉਂਕਿ ਉਸ ਚੀਜ਼ ਨੂੰ ਪੇਸ਼ ਕਰਨਾ ਚਾਹੁੰਦੀ ਸੀ ਵੀ ਤੁਸੀਂ ਇਹ ਗਲਤ ਨਜ਼ਰਾਂ ਨਾਲ ਹਰੇਕ ਚੀਜ਼ ਨੂੰ ਨਾ ਦੇਖੋ, ਵੀ ਜੇ ਸਾਨੂੰ ਅੱਜ ਦੇਸ਼ ਕੌਮ ਤੇ ਕਿਤੇ ਭੀੜ ਪੈ ਜਾਵੇ, ਘਰ ਦੇ ਵਿੱਚ ਸਫਾਈ ਹੋਵੇ, ਜ਼ਰੂਰੀ ਨਹੀਂ ਕਿ ਮਰਦ ਹੀ ਹੋਵੇ, ਔਰਤ ਵੀ ਹੋਵੇ, ਬਿਲਕੁਲ ਹਰ ਇੱਕ ਨੂੰ ਸ਼ਸਤਰ ਵਿੱਦਿਆ ਆਉਣੀ ਚਾਹੀਦੀ ਹੈ। ਵਿਪਤਾ ਪੈਣ ਦੇ ਉੱਤੇ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰ ਸਕੋ। ਬਿਲਕੁਲ ਜੀ। ਭੈਣ ਜੀ ਜੇ ਅਸੀਂ ਗੱਲ ਕਰੀਏ ਵੀ ਗੁਰੂ ਸਾਹਿਬ ਜੀ ਨੇ ਕਿਹਾ, ਜਿੱਥੇ ਅਸੀਂ ਕਹਿੰਦੇ ਹਾਂ ਭਚੰਗੀ ਸ਼ਬਦ ਵਰਤਦੇ ਹਾਂ, ਉੱਥੇ ਭਚੰਗਣ ਵੀ ਸ਼ਬਦ ਵਰਤਿਆ ਜਾਂਦਾ ਹੈ। ਜੇ ਸ਼ਸਤਰਧਾਰੀ ਹੋਣ ਦਾ ਗੁਰੂ ਸਾਹਿਬ ਜੀ ਨੇ ਹੁਕਮ ਸਿੱਖ ਨੂੰ ਦਿੱਤਾ ਹੈ, ਇਕੱਲੇ ਸਿੰਘ ਨੂੰ ਨਹੀਂ ਦਿੱਤਾ, ਉੱਥੇ ਸਿੰਘਣੀ ਨੂੰ ਵੀ ਦਿੱਤਾ ਵੀ ਸਿੰਘਣੀ ਵੀ ਹੱਕਦਾਰ ਹੈ ਉਨੀ। ਜੇ ਪੰਜਾਂ ਪਿਆਰਿਆਂ ਦੇ ਵਿੱਚ ਸੇਵਾ ਨਿਭਾਉਣ ਦੀ ਗੱਲ ਕੀਤੀ ਜਾਵੇ, ਉੱਥੇ ਇਕੱਲੇ ਸਿੰਘਾਂ ਨੂੰ ਨਹੀਂ, ਮਹਾਰਾਜ ਸਾਹਿਬ ਨੇ ਕਿਹਾ ਵੀ ਸਿੰਘਣੀਆਂ ਵੀ ਲੱਗ ਸਕਦੀਆਂ ਇਸ ਵਾਸਤੇ। ਪਰ ਮਾਪੇ ਕਿਉਂ ਘਿਰਨਾ ਕਰਨ ਲੱਗ ਪੈਂਦੇ ਆ, ਨਹੀਂ ਲੜਕੀ ਨੂੰ ਅਸੀਂ ਨਹੀਂ ਸਿਖਾਉਣਾ, ਇਹ ਤਾਂ ਮੁੰਡੇ ਹੀ ਸਾਡੀ ਖੇਡ ਖੇਡਣਗੇ, ਕੁੜੀ ਨੂੰ ਕਿਉਂ ਅਸੀਂ ਇਸ ਪਾਸੇ ਲਾਈਏ, ਅਸੀਂ ਇਸ ਪਾਸੇ ਨਹੀਂ ਲਾਉਂਦੇ। ਗੱਤਕਾ ਖੇਡਦੇ ਆਪਣੇ ਆ ਧੀ ਭੈਣ ਨੂੰ ਨਹੀਂ ਦੇਖ ਸਕਦੇ, ਤੇ ਜੇ ਵੀਡੀਓ ਟਿਕਟੌਕ ਤੇ ਇੰਸਟਾਗ੍ਰਾਮ ਤੇ ਪਾਉਂਦੇ ਨੇ ਤੇ ਉਹ ਖੁਸ਼ੀ ਨਾ ਵੇਂਦੇ। ਬਿਲਕੁਲ ਜੀ, ਤੁਹਾਡਾ ਬੜਾ ਵਧੀਆ ਸਵਾਲ ਹੈ ਕਿ ਇਹ ਉਹਨਾਂ ਪੇਰੈਂਟਸ ਵਾਸਤੇ ਜਵਾਬ ਹੈ ਕਿ ਅੱਜ ਜੇਕਰ ਤੁਸੀਂ ਸਾਬਤ ਸੂਰਤ ਆਪਣੀ ਬੱਚੀ ਨੂੰ ਦੇਖਣਾ ਪਸੰਦ ਨਹੀਂ ਕਰਦੇ, ਕਿ ਤੁਹਾਨੂੰ ਇਹੀ ਪਸੰਦ ਹੈ ਕਿ ਤੁਹਾਡੀ ਬੱਚੀ ਅੱਧੀ ਨੰਗੀ ਹੋ ਕੇ ਟਿਕਟੌਕ ਦੇ ਉੱਤੇ ਲੱਗੇ, ਇਹ ਗਲਤ ਹੈ। ਉਹਨਾਂ ਨੂੰ ਇਹਦੇ ਹੋਰ ਭਿਆਨਕ ਸਿੱਟੇ ਮਿਲਣਗੇ, ਮਿਲਦੇ ਵੀ ਪਏ ਨੇ। ਪਰ ਕਹਿੰਦੇ ਨਾ ਵੀ ਕਈ ਵਾਰੀ ਲੋਕ ਇਹਨਾਂ ਲੱਚਰ ਕੁੜੀਆਂ ਦੇ ਮਗਰ ਲੱਗੇ ਰਹਿੰਦੇ ਨੇ, ਉਹਨਾਂ ਨੂੰ ਸੋਝੀ ਨਹੀਂ ਆਉਂਦੀ, ਪਰ ਫਿਰ ਸਮਾਂ ਨਿਕਲ ਜਾਂਦਾ ਫਿਰ ਪਛਤਾਉਂਦੇ ਆ। ਉਹ ਹਾਲ ਹੈ ਲੋਕਾਂ ਦਾ। ਪਰ ਹੁਣ ਲੱਗਦਾ ਹੈ ਕਿ ਜਿਸ ਤਰ੍ਹਾਂ ਜਿਹੜੇ ਸਮਿਆਂ 'ਚ ਮੈਂ ਸਿੱਖਿਆ ਸੀ, ਉਦੋਂ ਕਿਤੇ ਕੋਈ ਕੁੜੀ ਸੀ, ਪਰ ਹੁਣ ਬੜੀਆਂ ਲੜਕੀਆਂ ਇੱਧਰ ਨੂੰ ਆ ਰਹੀਆਂ ਨੇ,
ਪਰ ਪੇਰੈਂਟਸ ਨੂੰ ਵੀ ਚਾਹੀਦਾ ਹੈ, ਕਿਉਂਕਿ ਪੇਰੈਂਟਸ ਦੀ ਇੱਕ ਸੋਚ ਹੁੰਦੀ ਹੈ, ਧੀ ਜਿਹੜੀ ਹੁੰਦੀ ਹੈ ਘਰ ਦੀ ਪੂਰੀ ਇੱਜ਼ਤ ਹੁੰਦੀ ਹੈ। ਕਿਉਂਕਿ ਜਦੋਂ ਤੁਸੀਂ ਧੀ ਨੂੰ ਕਿਤੇ ਖੇਡਣ ਲਈ ਭੇਜਦੇ ਆ ਨਾ, ਧੀ ਜਦੋਂ ਇੱਕ ਪੈਰ ਬਾਹਰ ਕੱਢਦੀ ਹੈ ਉਹਦੇ ਨਾਲ ਘਰ ਦੀ ਪੂਰੀ ਇੱਜ਼ਤ ਹੁੰਦੀ ਹੈ। ਹੁੰਦੀ ਲੜਕਿਆਂ ਦੀ ਵੀ ਹੈ, ਮੈਂ ਇਹ ਨਹੀਂ ਕਹਿੰਦੀ ਕਿ ਇਕੱਲੀਆਂ ਲੜਕੀਆਂ ਦੀ ਜ਼ਿੰਮੇਵਾਰੀ ਹੈ, ਲੜਕਿਆਂ ਦੀ ਵੀ ਉਨੀ ਜ਼ਿੰਮੇਵਾਰੀ ਹੁੰਦੀ ਹੈ। ਪਰ ਧੀਆਂ ਨੂੰ ਵੀ ਚਾਹੀਦਾ ਕਿ ਜੇਕਰ ਪੇਰੈਂਟਸ ਤੁਹਾਨੂੰ ਕਿਤੇ ਸਿੱਖਿਆ ਦੇਣ ਲਈ ਭੇਜਦੇ ਆ, ਉਹਨਾਂ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ। ਕਿਉਂਕਿ ਲੜਕੀਆਂ ਦੀ ਵੀ ਕਿਤੇ ਨਾ ਕਿਤੇ ਨਲਾਇਕੀ ਹੁੰਦੀ ਹੈ ਕਿ ਦੱਸਦੀਆਂ ਕਿਤੇ ਜਾਂਦੀਆਂ ਕਿਤੇ। ਅੱਜ ਅਸੀਂ ਦੇਖਦੇ ਹਾਂ ਕਿ ਇੱਥੋਂ ਕਾਲਜ ਤੋਂ ਭੇਜੀ ਦੀਆਂ ਬੱਚੀਆਂ ਜਾਂ ਅਸੀਂ ਯੂਨੀਵਰਸਿਟੀਆਂ 'ਚ ਭੇਜੀ ਦੀਆਂ, ਯੂਨੀਵਰਸਿਟੀਆਂ ਦੇ ਹਾਲ ਦੇਖੋ। ਤੇ ਫਿਰ ਪੇਰੈਂਟਸ ਦੀ ਇਹ ਸੋਚਣੀ ਹੋ ਜਾਂਦੀ ਹੈ ਕਿ ਨਹੀਂ, ਬੱਚੀ ਨੂੰ ਇੱਧਰ ਨਾ ਲਾਈਏ, ਸਾਡਾ ਬੱਚਾ ਵਿਗੜ ਜਾਊ। ਪਰ ਸ਼ਸਤਰ ਵਿੱਦਿਆ ਵੱਲ ਜੇਕਰ ਅਸੀਂ ਬੱਚਿਆਂ ਨੂੰ ਲਾ ਦਾਂਗੇ ਨਾ ਸ਼ੁਰੂ ਤੋਂ, ਇਸ ਚੀਜ਼ ਦੀ ਬੱਚਿਆਂ ਵੱਲ ਤੋਰ ਦੇਵਾਂਗੇ ਸਿੱਖੀ ਸਰੂਪ ਵੱਲ, ਤੇ ਬੱਚਾ ਕਦੀ ਨਹੀਂ ਡੋਲ ਸਕਦਾ। ਬਿਲਕੁਲ ਭੈਣ ਜੀ, ਇਹ ਵੀ ਮੈਂ ਚਾਹਾਂਗਾ ਵੀ ਤੁਸੀਂ ਕਲੀਅਰ ਕਰ ਦਿਓ ਵੀ ਗੱਤਕਾ ਖੇਡ ਸਿਰਫ ਖੇਡਣ ਵਾਸਤੇ ਨਹੀਂ ਹੈ। ਗੱਤਕਾ ਖੇਡ ਇੱਕ ਆਪਣੇ ਬਚਾਓ ਵਾਸਤੇ ਹੈ। ਜਿੱਥੇ ਆਪਣੇ ਬਚਾਓ ਵਾਸਤੇ ਆ, ਉੱਥੇ ਲੋਕਾਂ ਦੇ ਬਚਾਓ ਵਾਸਤੇ ਵੀ ਹੈ। ਇਹਦੇ ਵਿੱਚ ਇਹਨੂੰ ਖੁੱਲ੍ਹ ਕੇ ਦੇਖੋ ਜੀ, ਸ਼ਸਤਰ ਵਿੱਦਿਆ ਤਾਂ ਸ਼ੁਰੂ ਤੋਂ ਹੀ ਗੁਰੂ ਮਹਾਰਾਜ ਨੇ ਗਊ ਗਰੀਬ ਦੀ ਰੱਖਿਆ ਵਾਸਤੇ ਦਿੱਤੀ ਸੀ। ਇਹ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਹੈ। ਪਰ ਜਦੋਂ ਜ਼ਰੂਰਤ ਪੈ ਜਾਏ ਦੇਸ਼ ਕੌਮ ਤੇ, ਆਪਣੇ ਧਰਮ ਤੇ, ਕਿਸੇ ਤੇ ਵੀ, ਗਊ ਗਰੀਬ ਤੇ, ਉਦੋਂ ਇਹਦਾ ਇਸਤੇਮਾਲ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਇਹ ਦਿੱਤਾ ਹੀ ਮਹਾਰਾਜ ਨੇ ਇਸੇ ਕਰਕੇ ਆ। ਜਦੋਂ ਵੀ ਹੱਥ 'ਚ ਹੈ ਤੁਸੀਂ ਇਹਦਾ ਇਸਤੇਮਾਲ ਕਰ ਲਓ। ਪਿੱਛੇ ਜੇ ਹੁਣ ਘਟਨਾ ਹੋਈ ਸੀਗੀ ਸਾਡੇ ਸੁਲਤਾਨਪੁਰ ਲੋਧੀ, ਜਦੋਂ ਵੀਡੀਓ ਵਾਇਰਲ ਹੋਈ ਸੀਗੀ, ਤੇ ਭਾਵੇਂ ਮੇਰੇ ਹੱਥ ਵਿੱਚ ਕੁਝ ਨਹੀਂ ਸੀ ਉਸ ਟਾਈਮ, ਪਰ ਇਸ ਸ਼ਸਤਰ ਵਿੱਦਿਆ ਦੀ ਬਦੌਲਤ ਮਤਲਬ ਕਿ ਦਲੇਰੀ ਆ ਜਾਂਦੀ ਹੈ, ਬੰਦੇ ਨੂੰ ਹਿੰਮਤ ਆ ਜਾਂਦੀ ਹੈ। ਮਰਦਾਂ ਵੀ ਖੇਡਦਿਆਂ ਦੀ। ਤਾਂ ਮੈਂ ਉਹਨਾਂ ਨੂੰ ਨਿਰਸੰਕੋਚ ਉਹਨਾਂ ਨੂੰ ਫੜ ਕੇ ਧੂ ਕੇ ਥੱਲੇ ਲਾ ਲਿਆ ਸੀਗਾ, ਤੇ ਉਹਦੇ ਰਿਜ਼ਲਟ ਆਪ ਜੀ ਸਭ ਨੂੰ ਪਤਾ ਹੀ ਹੈ। ਮੈਂ ਬੜਾ ਬੱਚੀਆਂ ਨੂੰ ਇਹ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਸਾਰੇ ਬੱਚੇ ਇੱਧਰਲੇ ਬੰਨੇ ਆਓ, ਡਰੋ ਨਾ। ਕਿਉਂਕਿ ਲੋਕ ਬੜੇ ਚੰਗੇ ਵੀ ਹੈਗੇ ਨੇ ਜਿਹੜੇ ਤੁਹਾਡਾ ਸਾਥ ਦੇਣ ਲਈ ਖੜੇ। ਮੈਂ ਉਸ ਟਾਈਮ ਇਕੱਲੀ ਸੀ, ਆਸ-ਪਾਸ ਦੇ ਲੋਕ ਆ ਗਏ ਜਦੋਂ ਮੈਂ ਖਿੱਚ ਕੇ ਥੱਲੇ ਲਾ ਲਿਆ ਉਹਨਾਂ ਨੂੰ। ਹਿੰਮਤ ਚਾਹੀਦੀ ਹੈ, ਪਰ ਇਹ ਵੀ ਗੱਲ ਹੈ ਕਿ ਤੁਸੀਂ ਵੀ ਸਹੀ ਚਾਹੀਦੇ ਆ। ਤੁਹਾਡਾ ਲੋਕ ਤਾਂ ਸਾਥ ਦੇਣਗੇ ਅਗਰ ਤੁਸੀਂ ਸਹੀ ਆ। ਜੇਕਰ ਤੁਸੀਂ ਗਲਤ ਹੋ, ਲੋਕ ਤੁਹਾਡਾ ਸਾਥ ਨਹੀਂ ਦੇਣਗੇ। ਗਲਤ ਚੀਜ਼ ਦੀ ਵਿਰੋਧਤਾ ਜ਼ਰੂਰ ਕਰਨੀ ਚਾਹੀਦੀ ਹੈ, ਸਭ ਦੇ ਸਾਹਮਣੇ ਕਰਨੀ ਚਾਹੀਦੀ ਹੈ। ਬਰਦਾਸ਼ਤ ਨਹੀਂ ਕਰਨਾ ਚਾਹੀਦਾ ਗਲਤ ਚੀਜ਼ ਨੂੰ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਭੈਣ ਜੀ ਤੁਹਾਡਾ ਧੰਨਵਾਦ। ਦਰਸ਼ਕੋ, ਤੁਸੀਂ ਵੀਡੀਓ ਦੇ ਵਿੱਚ ਸਭ ਕੁਝ ਦੇਖ ਵੀ ਲਿਆ, ਪਰ ਭੈਣ ਜੀ ਹੁਣਾਂ ਨੇ ਖੁੱਲ੍ਹ ਕੇ ਬੜੇ ਸੋਹਣੇ ਨਵੇਕਲੇ ਢੰਗ ਦੇ ਨਾਲ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਸਾਡੀ ਸਿੱਖੀ ਹੋਈ ਗੱਤਕਾ ਖੇਡ ਸਾਡੀ ਰੱਖਿਆ ਕਰਦੀ ਆ। ਅਸੀਂ ਕਿਵੇਂ ਬਚ ਸਕਦੇ ਹਾਂ। ਇਕੱਲੀ ਰੱਖਿਆ ਨਹੀਂ ਕਰਦੀ, ਸਾਡੇ ਅੰਦਰ ਦਲੇਰੀ ਆ ਜਾਂਦੀ ਹੈ। ਜਦੋਂ ਸਾਡੇ ਅੰਦਰ ਹਿੰਮਤ ਆ ਜਾਂਦੀ ਹੈ ਤੇ ਫਿਰ ਅਸੀਂ ਕਿਵੇਂ ਕਿਸੇ ਦੇ ਥੱਲੇ ਅਸੀਂ ਲੰਘ ਸਕਾਂਗੇ। ਇਸ ਵਾਸਤੇ ਵੀ ਸਦਾ ਵਾਸਤੇ ਸਾਡੇ 'ਚ ਹਿੰਮਤ ਆ ਜਾਂਦੀ ਹੈ। ਇਸ ਵਾਸਤੇ ਮੈਂ ਬੇਨਤੀ ਕਰਾਂਗਾ ਵੀ ਜਿੰਨੇ ਸਾਡੇ ਧਾਰਮਿਕ ਨਾਮ ਦੇ ਉੱਪਰ, ਧਰਮ ਦੇ ਨਾਮ ਦੇ ਉੱਪਰ ਸਕੂਲ ਬਣੇ ਆ, ਉੱਥੇ ਬੱਚੇ ਨੇ, ਭੈਣਾਂ ਨੇ, ਵੀਰ ਨੇ, ਬੱਚੇ ਆ ਜਿੰਨੇ ਵੀ ਉੱਥੇ ਪੜ੍ਹਨ ਵਾਸਤੇ ਜਾਂਦੇ ਆ, ਉੱਥੇ ਇਹ ਵੀ ਸਿਖਲਾਈ ਜ਼ਰੂਰ ਦਿੱਤੀ ਜਾਵੇ ਗੱਤਕੇ ਦੀ। ਇਸ ਵਾਸਤੇ ਵੀ ਆਪਣੀ ਰੱਖਿਆ ਅਸੀਂ ਆਪ ਕਰ ਸਕਦੇ ਹਾਂ। ਹੋਰ ਸਕੂਲਾਂ ਨੂੰ ਛੱਡੋ, ਕਨਵੈਂਟ ਸਕੂਲ ਜਿਹੜੇ ਨੇ ਜਾਂ ਕੋਈ ਹੋਰ ਇੰਗਲਿਸ਼ ਮੀਡੀਅਮ ਸਕੂਲ ਨੇ, ਉਹਨਾਂ ਨੂੰ ਛੱਡੋ। ਪਰ ਜਿਹੜੇ ਧਰਮ ਦੇ ਨਾਮ 'ਤੇ ਸਕੂਲ ਅੱਜ ਬਣੇ ਹੋਏ ਆ, ਬਹੁਤ ਮੋਟਾ ਪੈਸਾ ਵੀ ਵਸੂਲ ਰਹੇ ਆ, ਪਰ ਉੱਥੇ ਇਹ ਜਿਹੜੀ ਗੱਤਕੇ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ। ਇਹ ਬੇਨਤੀ ਕਰਾਂਗੇ ਵੀ ਇਹ ਸਿੱਖਿਆ ਜਿਹੜੀ ਗੱਤਕੇ ਦੀ ਹੈ, ਆਪਣੀ ਰਾਖੀ ਆਪ ਕਰਨ ਵਾਸਤੇ ਵੀ ਸਾਨੂੰ ਇਹ ਸਕੂਲਾਂ ਦੇ ਵਿੱਚ ਇੱਕ ਟੀਚਰ ਰੱਖਣਾ ਚਾਹੀਦਾ, ਤਾਂ ਕਿ ਸਾਡੇ ਬੱਚੇ ਗੱਤਕੇ ਦੀ ਸਿੱਖਿਆ ਲੈ ਸਕਣ, ਆਪਣੀ ਆਪ ਤਾਂ ਰੱਖਿਆ ਕਰਨਗੇ, ਸਾਡੇ ਖੁਦ ਦੀ ਵੀ ਰੱਖਿਆ ਕਰ ਸਕਣ। ਜੇ ਐਸੇ ਸਕੂਲ ਦੇ ਵਿੱਚੋਂ ਕੋਈ ਐਸਾ ਬੱਚਾ ਨਾਮ ਨਾ ਖੱਟ ਜਾਂਦਾ ਹੈ, ਤੇ ਉਹ ਬੱਚੇ ਦੀ ਜਿੱਥੇ ਚੜ੍ਹਦੀ ਕਲਾ ਹੋਣੀ ਹੈ, ਬੱਚੇ ਦਾ ਨਾਮਣਾ ਹੋਣਾ ਹੈ, ਤੇ ਉੱਥੇ ਉਸ ਸਕੂਲ ਦਾ ਨਾਮਣਾ ਵੀ ਜ਼ਰੂਰ ਬਣਨਾ ਹੈ। ਇਸ ਵਾਸਤੇ ਮੈਂ ਬੇਨਤੀ ਕਰਾਂਗਾ ਬਾਰ-ਬਾਰ ਵੀ ਸਕੂਲਾਂ ਦੇ ਵਿੱਚ ਇਹੋ ਜਿਹੇ ਜਿਹੜੇ ਟੀਚਰ ਨੇ, ਗੱਤਕੇ ਦੇ ਮਾਹਰ ਨੇ, ਜਿਹੜੇ ਕੋਚ ਨੇ, ਉਹ ਜ਼ਰੂਰ ਰੱਖੇ ਜਾਣ, ਤਾਂ ਕਿ ਬੱਚੇ ਧਰਮ ਦੇ ਨਾਲ ਵੀ ਜੁੜੇ ਰਹਿਣ ਤੇ ਇਹ ਵਿੱਦਿਆ ਵੀ ਗੱਤਕੇ ਦੀ ਹਾਸਲ ਕਰ ਸਕਣ ਤੇ ਬੁਲੰਦੀਆਂ ਦੇ ਵਿੱਚ ਵੀ ਉਹ ਪਹੁੰਚ ਸਕਣ। ਦਿਲ ਦੀਆਂ ਗਹਿਰਾਈਆਂ ਤੋਂ ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।